ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਆਜ਼ਾਦ ਹਿੰਦ ਰੇਡੀਓ ਅਤੇ ਆਜ਼ਾਦੀ ਘੁਲਾਟੀ ਅਤੇ ਸਮਾਜ ਸੁਧਾਰਕ ਗਿਆਨੰਜਨ ਨਿਯੋਗੀ ਬਾਰੇ ਜਾਣਕਾਰੀ ਦੇ ਰਹੇ ਹਾਂ। हिंदियों में बू रहेगी जब तलक ईमान की, तख्ते लंदन पर चलेगी तेग हिंदुस्तान की। ਇਹ ਜੋਸ਼ੀਲਾ ਸ਼ੇਰ ਆਖਰੀ ਮੁਗਲ ਸ਼ਾਸਕ ਬਹਾਦਰ ਸ਼ਾਹ ਜ਼ਫਰ ਦਾ ਏ, ਜਿਹੜਾ ਆਜ਼ਾਦ ਹਿੰਦ ਰੇਡੀਓ ਦੇ ਪ੍ਰੋਗਰਾਮਾਂ ਦੇ ਸ਼ੁਰੂ 'ਚ ਗੂੰਜਦਾ ਸੀ। ਬਰਲਿਨ ਵਿੱਚ ਫ੍ਰੀ ਇੰਡੀਆ ਸੈਂਟਰ ਦੀ ਸਥਾਪਨਾ ਤੋਂ ਬਾਅਦ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਰੇਡੀਓ ਦੀ ਸ਼ੁਰੂਆਤ ਕੀਤੀ, ਜਿਸ ਨੂੰ ਜਰਮਨੀ ਦੀ ਰੇਡੀਓ ਸੇਵਾ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਪਹਿਲਾ ਪ੍ਰਸਾਰਣ 7 ਜਨਵਰੀ 1942 ਨੂੰ ਹੋਇਆ ਸੀ। ਰੇਡੀਓ ਦੇ ਪ੍ਰੋਗਰਾਮਾਂ 'ਚ ਵਿਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਦੇ ਨਾਲ-ਨਾਲ ਇਸ ਮਹਾਂਦਵੀਪ 'ਚ ਰਹਿਣ ਵਾਲੇ ਲੋਕਾਂ ਪ੍ਰਤੀ ਇਕਜੁੱਟਤਾ ਦਿਖਾਈ ਜਾਂਦੀ ਸੀ। ਇਹਨਾਂ ਵਿੱਚ ਖਬਰਾਂ ਦੇ ਬੁਲੇਟਿਨ ਵੀ ਸ਼ਾਮਿਲ ਸਨ, ਜਿਹੜੇ ਅੰਗਰੇਜ਼ੀ, ਗੁਜਰਾਤੀ, ਮਰਾਠੀ, ਬਾਂਗਲਾ, ਪਸ਼ਤੋ, ਤਮਿਲ, ਫਾਰਸੀ ਅਤੇ ਤੇਲਗੂ 'ਚ ਪ੍ਰਸਾਰਿਤ ਕੀਤੇ ਜਾਂਦੇ ਸਨ। हमने जो आज़ादी की लड़ाई छेड़ रखी है उसे तब तक जारी रखना होगा जब तक हमें मुकम्मल आज़ादी हासिल न हो। आप संगठित शक्ति से शांति और अहिंसा पूर्वक आत्म बलिदान करने के लिए जल्द से जल्द तैयार हो जाइए। न मालूम कब बिगुल बज उठे। असंगठित और कमजोर रहना पाप है। गुलामी सब कष्टों और पापों की जड़ है। अब गुलामी की जंजीरों को तोड़ने के लिए एक दिल एक प्राण होकर कटिबद्ध हो जाइए। हिंदुस्तान अब गुलाम नहीं रह सकता और न कोई ताकत इसे गुलाम रखी सकती है। हाँ, हमें स्वतंत्रता का मूल्य चुकाना होगा। आप इसके लिए तैयार हो जाइए, जिससे यदि हम गुलाम हिंदुस्तान में पैदा हुए हैं तो स्वतंत्र हिंदुस्तान में जीवे और मरे। तभी आज़ाद हिंदुस्तान दुनिया को नए नए संदेश दे सकेगा। ਪਹਿਲਾਂ ਰੇਡੀਓ ਦਾ ਮੁੱਖ ਦਫ਼ਤਰ ਜਰਮਨੀ ਵਿੱਚ ਸੀ, ਜਿਸ ਨੂੰ ਬਾਅਦ ਵਿੱਚ ਸਿੰਗਾਪੁਰ ਤਬਦੀਲ ਕਰ ਦਿੱਤਾ ਗਿਆ। ਬਰਲਿਨ ਤੋਂ ਪ੍ਰਸਾਰਣ ਦੌਰਾਨ ਬੋਸ ਬਰਤਾਨਵੀ ਖੇਤਰਾਂ ਦੇ ਜਾਪਾਨੀ ਜਿੱਤ ਦਾ ਜਸ਼ਨ ਮਨਾਉਂਦੇ ਸਨ ਅਤੇ ਪੂਰੇ ਜੋਸ਼ ਤੇ ਜਨੂੰਨ ਨਾਲ ਭਾਰਤ ਛੱਡੋ ਅੰਦੋਲਨ ਤੇ ਚਰਚਾ ਕਰਦੇ ਸਨ। ਆਜ਼ਾਦ ਹਿੰਦ ਰੇਡੀਓ ਦਾ ਮੰਤਵ ਦੂਜੇ ਵਿਸ਼ਵ ਯੁੱਧ ਦੌਰਾਨ ਸਹਿਯੋਗੀ ਦੇਸ਼ਾਂ ਦੇ ਰੇਡੀਓ ਪ੍ਰਸਾਰਣ ਦਾ ਮੁਕਾਬਲਾ ਕਰਨਾ ਸੀ। ਅੱਜ ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਗਿਆਨੰਜਨ ਨਿਯੋਗੀ ਦਾ ਜਨਮ ਦਿਨ ਵੀ ਹੈ। ਉਹਨਾਂ ਦਾ ਜਨਮ 7 ਜਨਵਰੀ 1891 ਨੂੰ ਹੋਇਆ ਸੀ। ਗਿਆਨੰਜਨ ਤੇ ਬ੍ਰਹਮ ਸਮਾਜ ਦੇ ਆਦਰਸ਼ਾਂ ਦਾ ਡੂੰਘਾ ਅਸਰ ਪਿਆ। ਉਹਨਾਂ ਨੇ ਇਹਨਾਂ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ 1905 ਵਿੱਚ ਬੰਗਾਲ ਦੀ ਵੰਡ ਹੋਈ ਤਾਂ ਗਿਆਨੰਜਨ ਆਜ਼ਾਦੀ ਦੇ ਅੰਦੋਲਨ ਵੱਲ ਆਕਰਸ਼ਿਤ ਹੋਏ। ਉੱਨੀ ਸੌ 9 ਵਿੱਚ ਗਿਆਨੰਜਨ ਨਿਯੋਗੀ ਨੇ ਕਲਕੱਤਾ ਵਰਕਿੰਗ ਮੈਨਸ ਇੰਸਟੀਚਿਊਟ ਦੀ ਸਥਾਪਨਾ ਕੀਤੀ। ਵਿਦਿਅਕ ਅਤੇ ਸਿਖਲਾਈ ਸਰਗਰਮੀਆਂ ਤੋਂ ਇਲਾਵਾ ਇਹ ਸੰਸਥਾ ਝੁੱਗੀ ਚੌਂਪੜੀ ਬਸਤੀਆਂ 'ਚ ਰਹਿਣ ਵਾਲੇ ਗਰੀਬਾਂ ਦੇ ਫਾਇਦੇ ਲਈ ਡਾਕਟਰੀ ਸਹਾਇਤਾ ਤੇ ਵਿਕਾਸ ਕਾਰਜ ਵੀ ਕਰਵਾਉਂਦਾ ਸੀ। ਉਨ੍ਹਾਂ ਨੇ ਬੰਗਾਲ ਦੇ ਪੇਂਡੂ ਖੇਤਰਾਂ ਦੀ ਵੱਡੇ ਪੱਧਰ ਤੇ ਯਾਤਰਾ ਕੀਤੀ ਅਤੇ ਸਮਾਜ ਦੇ ਗਰੀਬ ਅਤੇ ਅਨਪੜ੍ਹ ਵਰਗਾਂ 'ਚ ਜਾਗਰੂਕਤਾ ਫੈਲਾਉਣ ਲਈ ਜਾਦੂਈ ਲਾਲਟੈਨ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਗਿਆਨੰਜਨ ਨੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਵਦੇਸ਼ੀ ਮੇਲੇ ਲਗਾਏ। 1930-31 ਦੌਰਾਨ ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਕਲਕੱਤਾ ਦੇ ਮੇਅਰ ਸਨ, ਉਹਨਾਂ ਨੇ ਗਿਆਨੰਜਨ ਨੂੰ ਸਵਦੇਸ਼ੀ ਮੁਹਿੰਮ ਚਲਾਉਣ ਦੀ ਅਪੀਲ ਕੀਤੀ। ਆਜ਼ਾਦੀ ਤੋਂ ਬਾਅਦ ਜਦੋਂ ਪੂਰਬੀ ਪਾਕਿਸਤਾਨ ਤੋਂ ਸ਼ਰਨਾਰਥੀ ਆਏ ਤਾਂ ਗਿਆਨੰਜਨ ਨਿਯੋਗੀ ਨੇ ਉਹਨਾਂ ਦੇ ਮੁੜ ਵਸੇਬੇ ਲਈ ਪੂਰੇ ਦਿਲ ਨਾਲ ਕੰਮ ਕੀਤਾ। 13 ਫਰਵਰੀ 1956 ਨੂੰ ਗਿਆਨੰਜਨ ਦੀ ਆਤਮਾ ਸ਼੍ਰੀ ਚਰਨਾਂ 'ਚ ਸਮਾ ਗਈ।